ਬਵਾਸੀਰ ਦਾ ਜਿਹੜਾ ਹੈ ਉਹ ਸ਼ਰਤੀਆ ਇਲਾਜ ਕੀਤਾ ਜਾਂਦਾ ਹੈ ਤੇ ਇਲਾਜ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ, ਨਵੀਂ ਟੈਕਨੋਲੋਜੀ ਦੇ ਨਾਲ ਜਿਹੜਾ ਉਹ ਇਲਾਜ ਕੀਤਾ ਜਾਂਦਾ, ਜਿਸ ਦੇ ਨਾਲ ਪੇਸ਼ੈਂਟ ਨੂੰ ਦਰਦ ਵੀ ਨਹੀਂ ਹੁੰਦੀ ਤੇ ਕੁਝ ਚੰਦ ਮਿੰਟਾਂ 'ਚ ਜਿਹੜਾ उसका इलाज होके ते वो वापस अपने घरे चला जाता है। देखो, बवासीर के जो लक्षण होते हैं, गुदा में जलन रहना, दर्द रहना, खुजली होना, चुभन रहना, खून का आ जाना, कब्ज का रहना, ये बवासीर के लक्षण होते हैं। ਕਿਹੜੀਆਂ ਮਸ਼ੀਨਸ ਜਿਹੜੀਆਂ ਨੇ ਐਸੀਆਂ ਯੂਜ਼ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਜਿਹੜਾ ਕਸਟਮਰ ਉਹ ਸੈਟੀਸਫਾਈਡ ਵੀ ਹੁੰਦਾ ਤੇ ਉਸਨੂੰ ਉਨੀ ਪੇਨ ਵੀ ਨਹੀਂ ਹੁੰਦੀ। देखो, हमारे यहाँ बिना ऑपरेशन के इलाज होता है, ऑपरेशन से बचो, ये हमारा नारा रहा है। और हमारे यहाँ जो टेक्नोलॉजी होती है, वर्ल्ड क्लास टेक्नोलॉजी यूज होती है। किरणों द्वारा इलाज होता है, IRC जर्मन मशीन द्वारा। हमारे हॉस्पिटल में कैम्स्कोपी द्वारा जांच की जाती है, जो कि डिजिटल जांच है, जो अभी पूरे पंजाब में, दिल्ली NCR तक भी मौजूद नहीं है। इसलिए हमारे कैम्स्कोप मशीन है जो कोरिया से मंगवाई गई है, उसमें हम स्पेशल प्रोब डाल के देखते हैं बवासीर की कितनी गांठें, कहाँ से खून आ रहा है, खून आने का कारण क्या है, उसकी जड़ को पता करते हैं। जड़ के बाद फिर उसका जड़ से इलाज करने का हम काम करते हैं और लाइफ टाइम गारंटी लिख कर देते हैं कि दोबारा प्रॉब्लम कभी नहीं आएगी। गारंटी को मौके की नहीं, लिख कर अपनी मोहर डाल के देंगे, पंजाबी में भी और हिंदी में, कि दोबारा प्रॉब्लम कभी आएगी नहीं। मैम ऐसी ਕਿਹੜੀ ਸਪੈਸ਼ਲ ਮਸ਼ੀਨ ਜਨਤਾ ਪਾਇਲਸ ਹਸਪੀਟਲ ਕੋਲ ਮੌਜੂਦ ਹੈ ਜਿਹੜੀ ਪੂਰੇ ਪੰਜਾਬ 'ਚ ਕਿਸੇ ਕੋਲ ਅਵੇਲੇਬਲ ਨਹੀਂ ਹੈ? ਜਿਹੜੀ ਲੇਜ਼ਰ ਮਸ਼ੀਨ ਹੈ ਸਾਡੇ ਕੋਲ ਇੱਥੇ ਐਡਵਾਂਸ ਟੈਕਨੋਲੋਜੀ ਹੈ। ਇਹ ਬੇਸਿਕਲੀ ਅਸੀਂ ਐਕਸਪੋਰਟ ਕਰਾਈ ਹੋਈ ਹੈ ਮਸ਼ੀਨ। ਕੋਈ ਚੀਰ ਵੱਢ ਨਹੀਂ ਕਰਦੇ। ਬੇਸਿਕਲੀ ਪੇਸ਼ੈਂਟ ਨੂੰ ਕੀ ਹੈ ਕਿ 5 ਤੋਂ 10 ਮਿੰਟ ਹੀ ਲੱਗਦੇ ਆ ਇਲਾਜ ਵਾਸਤੇ। ਮਸ਼ੀਨ ਬਿਲਕੁਲ ਨੋਨ ਇਨਵੇਸਿਵ ਹੈ, ਇਹਦੇ ਵਿੱਚ ਕੁਝ ਕੱਟ ਵੱਢ ਨਹੀਂ ਕੀਤੀ ਜਾਂਦੀ ਹੈ, ਕੋਈ ਬੈੱਡ ਰੈਸਟ ਦੀ ਜ਼ਰੂਰਤ ਨਹੀਂ ਪੈਂਦੀ। ਕੁਛ ਹੀ ਮਿੰਟਾਂ ਦਾ ਇਲਾਜ ਕਰ ਦਿੱਤਾ ਜਾਂਦਾ ਹੈ, ਥੋੜ੍ਹੀ ਦੇਰ ਅੰਡਰ ਆਬਜ਼ਰਵੇਸ਼ਨ ਰੱਖ ਕੇ ਪੇਸ਼ੈਂਟ ਨੂੰ ਭੇਜ ਦਿੱਤਾ ਜਾਂਦਾ ਹੈ। ਹੁਣ ਕੁਛ ਵੀ ਝਿਜਕਣ ਦੀ ਜਾਂ ਡਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਆਪਣਾ ਇਲਾਜ ਇੱਥੇ ਆ ਕੇ ਕਰਾ ਸਕਦੇ ਹੋ। ਗਰੀਬਾਂ ਵਾਸਤੇ ਕੋਈ ਸਪੈਸ਼ਲ ट्रीटमेंट है, कोई स्पेशल ऑफर है जी इससे? देखो, गरीब आदमियों के लिए, जो आर्थिक स्थिति से कमज़ोर है, मिडिल क्लास का बंदा है, जो खाने पीने के लिए वैसे समर्थ है, उसको तो हम बिल्कुल फ्री में इलाज कर देंगे, कोई दिक्कत नहीं है। पर जो बाकी औरत मिडिल क्लास के तबके के इंसान है, जो आर्थिक स्थिति कमज़ोर है, इलाज करने में असमर्थ है, उनका 50% डिस्काउंट में हमारे यहाँ इलाज हो जाएगा। ਤਾਂ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਕ੍ਰਿਸ਼ਨਾ ਮੰਦਿਰ ਮਾਡਰਨ ਐਕਸਟੈਂਸ਼ਨ ਵਿਖੇ, ਜਿੱਥੋਂ ਤੁਸੀਂ ਅਸ਼ਮੀਰ ਚੌਂਕ ਤੋਂ ਗ੍ਰੀਨ ਬੈਲਟ ਵਾਲੀ ਸਾਈਡ ਤੇ ਜਾਣਾ ਹੈ ਤੇ 4 ਨੰਬਰ ਲਾਈਨ ਦੇ ਵਿੱਚ ਜਨਤਾ ਪਾਇਲਸ ਕਲੀਨਿਕ, ਜੋ ਕਿ ਹੁਣ ਇੱਕ ਫੁੱਲ ਫਲੈਜ ਹਸਪੀਟਲ ਬਣ ਚੁੱਕਾ, ਜਿੱਥੇ ਤੁਹਾਨੂੰ ਬਵਾਸੀਰ ਦਾ, ਬੰਗਦਰ ਦਾ ਤੇ ਫਿਸਰ ਦਾ ਜਿਹੜਾ ਇਲਾਜ ਉਹ ਕੀਤਾ ਜਾਂਦਾ ਹੈ। ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ। ਤਾਂ ਬਿਲਕੁਲ ਜਦੋਂ ਤੁਸੀਂ ਕ੍ਰਿਸ਼ਨਾ ਮੰਦਿਰ ਤੋਂ ਗ੍ਰੀਨ ਬੈਲਟ ਵਾਲੀ ਰੋਡ ਤੇ ਆਣਾ ਤੇ 4 ਨੰਬਰ ਗੇਟ ਦੇ ਵਿੱਚ ਜਿਹੜਾ ਤੁਸੀਂ ਐਂਟਰ ਕਰਨਾ, ਡਾਕਟਰ ਲਾਈਨ ਵਾਲੇ ਜਿੱਥੇ ਤੁਸੀਂ ਐਂਟਰ ਕਰਨਾ ਹੈ, ਜਿੱਥੇ ਤੁਹਾਨੂੰ ਬਿਲਕੁਲ ਗੇਟ ਨੰਬਰ 4 ਦੇ ਵਿੱਚ ਤੁਸੀਂ ਐਂਟਰ ਹੋਵੋਗੇ ਤਾਂ ਅੱਗੇ ਜਨਤਾ ਪਾਇਲਸ ਕਲੀਨਿਕ, ਜੋ ਕਿ ਹੁਣ ਇੱਕ ਫੁੱਲ ਫਲੈਜ ਹਸਪੀਟਲ ਬਣ ਚੁੱਕਿਆ ਹੈ। ਬਿਲਕੁਲ ਤੁਸੀਂ ਮੇਰੇ ਪਿੱਛੇ ਬਿਲਡਿੰਗ ਦੇਖੋਗੇ, ਜਿੱਥੇ ਤੁਹਾਨੂੰ ਲੋਕੇਸ਼ਨ ਦੱਸੀ ਹੈ ਵੀ ਕ੍ਰਿਸ਼ਨਾ ਮੰਦਿਰ ਤੋਂ ਜਦੋਂ ਤੁਸੀਂ ਗ੍ਰੀਨ ਬੈਲਟ ਵਾਲੀ ਸਾਈਡ ਤੇ ਜਾਂਦੇ ਹੋ ਤਾਂ 4 ਨੰਬਰ ਗੇਟ ਜਿਹੜੀ ਡਾਕਟਰ ਲਾਈਨ ਦੇ ਵਿੱਚ ਜਦੋਂ ਤੁਸੀਂ ਐਂਟਰ ਕਰਨਾ ਹੈ ਤਾਂ ਅੰਦਰ ਵਾ ਕੇ ਜਿਹੜਾ ਹੈ ਇਹ ਜਨਤਾ ਪਾਇਲਸ ਜਿਹੜਾ ਉਹ ਹਸਪੀਟਲ ਅਤੇ ਸੈਂਟਰ ਜਿਹੜਾ ਇੱਥੇ ਮੌਜੂਦ ਹੋਏਗਾ, ਜਿੱਥੇ ਬਵਾਸੀਰ, ਬੰਗਦਰ ਅਤੇ ਫਿਸਰ ਦਾ ਜਿਹੜਾ ਇਲਾਜ ਹੈ ਉਹ ਕੀਤਾ ਜਾਂਦਾ। ਤਾਂ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਵੀ ਸਾਰੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਵੀ ਕਿਸ ਤਰੀਕੇ ਨਾਲ ਜਿਹੜਾ ਇੱਥੇ ਉਹ ਇਲਾਜ ਕੀਤਾ ਜਾਂਦਾ ਹੈ, ਕਿਉਂਕਿ ਇਹਨਾਂ ਕੋਲ ਕਾਫੀ ਵਧੀਆ ਜਿਹੜੀ ਟੈਕਨੋਲੋਜੀਜ਼ ਨੇ ਜਿਹੜੀਆਂ ਸਿਰਫ ਤੇ ਸਿਰਫ ਜਿਹੜਾ ਜਨਤਾ ਪਾਇਲਸ ਹਸਪੀਟਲ ਕੋਲੇ ਅਵੇਲੇਬਲ ਨੇ। ਤਾਂ ਬਿਲਕੁਲ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਹੈ ਵੀ ਜਨਤਾ ਪਾਇਲਸ ਹਸਪੀਟਲ ਦੇ ਵਿੱਚ ਕੁਝ ਇਸ ਤਰੀਕੇ ਦੀਆਂ ਮਸ਼ੀਨਸ ਅਵੇਲੇਬਲ ਨੇ, ਜੋ ਕਿ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਦੇਖਣ ਨੂੰ ਮਿਲਦੀਆਂ। ਕੁਝ ਇਸ ਤਰੀਕੇ ਨਾਲ ਜਿਹੜੀ ਹੈ ਜਾਂਚ ਇੱਥੇ ਕੀਤੀ ਜਾਂਦੀ ਹੈ। ਸਾਡੇ ਨਾਲ ਅੱਜ ਡਾਕਟਰ ਸੁਖਵਿੰਦਰ ਕੌਰ ਮੈਮ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਐਸੀ ਕਿਹੜੀ ਸਪੈਸ਼ਲ ਮਸ਼ੀਨ ਜਨਤਾ ਪਾਇਲਸ ਹਸਪੀਟਲ ਕੋਲ ਮੌਜੂਦ ਹੈ ਜਿਹੜੀ ਪੂਰੇ ਪੰਜਾਬ 'ਚ ਕਿਸੇ ਕੋਲ ਅਵੇਲੇਬਲ ਨਹੀਂ ਹੈ? ਜੀ ਬਿਲਕੁਲ, ਸਾਡੇ ਕੋਲ ਵੈਸੇ ਤਾਂ ਬਹੁਤ ਸਾਰੀਆਂ ਆਧੁਨਿਕ ਮਸ਼ੀਨਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਇਲਾਜ ਵੀ ਕਰਦੇ ਹਾਂ ਤੇ ਡਾਇਗਨੋਸਿਸ ਵੀ ਕਰਦੇ ਹਾਂ। ਉਹਨਾਂ ਵਿੱਚੋਂ ਇੱਕ ਹੈ ਜਿਹੜੀ ਸਾਡੀ ਡਾਇਗਨੋਸਿਸ ਕਰਨ ਲਈ ਅਸੀਂ ਮਸ਼ੀਨ ਯੂਜ਼ ਕਰਦੇ ਹਾਂ। ਇਹਦੇ ਵਿੱਚ ਕੀ ਹੈ ਕਿ ਤੁਸੀਂ ਕਿਤੇ ਵੀ ਜਾਂਦੇ ਹੋ ਹਸਪੀਟਲ ਦੇ ਵਿੱਚ ਤਾਂ ਉੱਥੇ ਜਨਰਲ ਫਿਜ਼ੀਸ਼ੀਅਨ ਤੁਹਾਨੂੰ ਮਿਲਦੇ ਆ, ਉਹ ਚੈੱਕ ਕਰਦੇ ਆ, ਤੁਹਾਨੂੰ ਫਿੰਗਰ ਜਾਂ ਗਲਵਸ ਦੇ ਨਾਲ ਚੈੱਕ ਕਰਦੇ ਆ। ਤਾਂ ਉਹਦੇ ਨਾਲ ਕੀ ਹੈ ਕਿ ਪੇਸ਼ੈਂਟ ਨੂੰ ਪ੍ਰੋਪਰ ਡਾਇਗਨੋਸਿਸ ਹੀ ਨਹੀਂ ਮਿਲਦਾ ਤਾਂ ਇਲਾਜ ਤਾਂ ਬਹੁਤ ਦੂਰ ਦੀ ਗੱਲ ਹੈ। ਤਾਂ ਫਰਸਟਲੀ ਡਾਇਗਨੋਸਿਸ ਕਰਨ ਦੇ ਵਾਸਤੇ ਇਹ ਸਾਡੇ ਕੋਲ ਮਸ਼ੀਨ ਹੈ। ਵੈਸੇ ਇਹਦਾ ਖਰਚਾ ਬਾਹਰ ਕਿਉਂਕਿ ਡਾਇਗਨੋਸਿਸ ਦੇ ਲਈ ਡਾਇਗਨੋਸਟਿਕ ਸੈਂਟਰਸ ਵਿੱਚ ਭੇਜਿਆ ਜਾਂਦਾ ਹੈ, ਉੱਥੇ ਇਸ ਮਸ਼ੀਨ ਦਾ ਖਰਚਾ ਆਉਂਦਾ ਉਹਨਾਂ ਦਾ ਚੈੱਕਅਪ ਲਈ 5 ਤੋਂ 6,000 ਰੁਪਏ। ਬਟ ਅਸੀਂ ਇਹ ਮਸ਼ੀਨ ਅਸੀਂ ਇਨ ਹਾਊਸ ਹੀ ਰੱਖੀ ਹੋਈ ਹੈ। ਇਹਦੇ ਵਿੱਚ ਕੀ ਹੈ ਕਿ ਅਸੀਂ ਜਿਹੜੀ 200 ਫੀ ਜਿਹੜੀ ਕੰਸਲਟੇਸ਼ਨ ਦੀ ਹੈ ਉਹਦੇ ਵਿੱਚ ਹੀ ਅਸੀਂ ਇਹ ਟੈਸਟ ਬਿਲਕੁਲ ਫ੍ਰੀ ਆਫ ਕਾਸਟ ਕਰਦੇ ਹਾਂ ਤਾਂ ਕਿ ਪੇਸ਼ੈਂਟ ਦਾ ਪ੍ਰੋਪਰ ਡਾਇਗਨੋਸਿਸ ਹੋਵੇ। ਉਸ ਤੋਂ ਬਾਅਦ ਅਸੀਂ ਇਲਾਜ ਦੇ ਬਾਰੇ ਦੱਸਦੇ ਹਾਂ। ਮੈਂ ਤੁਹਾਨੂੰ ਦਿਖਾਉਣਾ ਚਾਹੂੰਗੀ ਕਿਉਂਕਿ ਜਿਹੜੀ ਇਹ ਮਸ਼ੀਨ ਹੈ ਇਹਦੇ ਵਿੱਚ ਕੀ ਹੈ ਕਿ ਅਸੀਂ ਪੇਸ਼ੈਂਟ ਨੂੰ ਹਲਕਾ ਜੈਲੀ ਵਗੈਰਾ ਅਪਲਾਈ ਕਰਕੇ ਇੱਦਾਂ
ਕੈਮਰੇ ਦੇ ਨਾਲ ਇਦਾਂ ਦਿਖਾਉਂਦੇ ਆ ਅੰਦਰ ਕਿ ਕੋਈ ਟਿਊਮਰ, ਕੈਂਸਰ, ਕਿਹੜੀ ਗ੍ਰੇਡ ਦੀ ਪਾਇਲਸ ਹੈ, ਬਲੀਡਿੰਗ ਐਟਸੈਕਟਰਾ ਕਿੱਥੋਂ ਹੋ ਰਹੀ ਹੈ, ਉਹ ਸਾਰਾ ਇਹਦੇ ਵਿੱਚ ਡਾਇਗਨੋਸਿਸ ਹੋ ਜਾਂਦਾ ਹੈ। ਕਈ ਵਾਰ ਕੀ ਹੁੰਦਾ, ਫਿਸਟਲਾ ਦੀ ਜੜ ਹੀ ਨਹੀਂ ਮਿਲ ਪਾਉਂਦੀ ਹੈ, ਭਗੰਦਰ ਹੈ ਜਿਹੜਾ, ਪੇਸ਼ੈਂਟ ਨੂੰ ਪਤਾ ਨਹੀਂ ਚੱਲਦਾ ਕਿ ਉਹ ਬਾਹਰ ਹੀ ਇੱਕ ਛੋਟੀ ਜਿਹੀ ਫਿੰਸੀ ਲੱਗਦੀ ਹੈ। ਬਟ ਅਸੀਂ ਜਦੋਂ ਅੰਦਰ ਇਹਨੂੰ ਕੈਮਰਾ ਦੇ ਨਾਲ ਚੈੱਕ ਕਰਦੇ ਹਾਂ ਤਾਂ ਉੱਥੇ ਸਾਰਾ ਕੁਝ ਪਤਾ ਚੱਲ ਜਾਂਦਾ ਕਿ ਉਹਦੀ ਜੜ ਕਿੱਥੇ ਹੈ, ਕਿੱਥੋਂ ਤੱਕ ਫੈਲਿਆ ਹੋਇਆ ਹੈ ਤੇ ਇੰਟਰਨਲ ਓਪਨਿੰਗਸ ਵਗੈਰਾ ਕਿੱਥੇ ਨੇ। ਮੈਮ ਕਿੰਨਾ ਕੁ ਜਿਹੜਾ ਬੈਨੀਫੀਸ਼ੀਅਲ ਰਹਿੰਦਾ ਕਿ ਜਿੱਥੇ ਤੁਸੀਂ ਦੱਸਿਆ ਵੀ ਹੱਥ ਨਾਲ ਡਾਇਗਨੋਸ ਕਰਨਾ ਕਾਫੀ ਡਿਫਿਕਲਟ ਜਿਹੜਾ ਰਹਿੰਦਾ ਤੇ ਉਹ ਪ੍ਰੋਪਰ ਤਰੀਕੇ ਨਾਲ ਡਾਇਗਨੋਸ ਵੀ ਨਹੀਂ ਹੋ ਸਕਦਾ, ਪਰ ਜਦੋਂ ਇਸ ਤਰੀਕੇ ਦੀਆਂ ਜਿਹੜੀਆਂ ਨੇ ਐਕਸਟਰਾ ਜਿਹੜੀਆਂ ਮਸ਼ੀਨਸ ਨੇ ਤੁਹਾਡੇ ਕੋਲ ਅਵੇਲੇਬਲ, ਜਿਹਦੇ ਨਾਲ ਪੇਸ਼ੈਂਟਸ ਜਿਹੜੀ ਬਿਮਾਰੀ ਕਹਿ ਸਕਦੇ ਆਪਾਂ ਅੱਛੇ ਤਰੀਕੇ ਨਾਲ ਉਸਦਾ ਪਤਾ ਲੱਗਦਾ। ਜੀ ਬਿਲਕੁਲ, ਮੈਂ ਉਹੀ ਦੱਸਿਆ ਕਿ ਸਾਡੇ ਕੋਲ ਇੱਥੇ ਹੀ ਇਹ ਅਵੇਲੇਬਿਲਟੀ ਹੈ, ਕਿਉਂਕਿ ਤੁਹਾਨੂੰ ਕਿਤੇ ਵੀ ਹਸਪੀਟਲ ਦੇ ਵਿੱਚ ਤੁਹਾਨੂੰ ਜਾਓਗੇ ਤੁਸੀਂ ਤਾਂ ਅਲੱਗ ਤੋਂ ਡਾਇਗਨੋਸਟਿਕ ਸੈਂਟਰ ਭੇਜਿਆ ਜਾਂਦਾ ਕਿ ਤੁਸੀਂ ਇਹ ਚੈੱਕਅਪ ਕਰਾਓ। ਉਹ ਹੁੰਦੇ ਵੀ ਬਹੁਤ ਜ਼ਿਆਦਾ ਮਹਿੰਗੇ ਨੇ, ਤਾਂ ਇੱਥੇ ਅਸੀਂ ਕੀ ਹੈ ਆਪਣੇ ਕੋਲੇ ਹੀ ਡਾਇਗਨੋਸਟਿਕ ਜਿਹੜੀਆਂ ਮਸ਼ੀਨਸ ਰੱਖੀਆਂ ਹੋਈਆਂ ਤਾਂ ਕਿ ਪੇਸ਼ੈਂਟ ਨੂੰ ਅੱਛੀ ਤਰ੍ਹਾਂ ਡਾਇਗਨੋਸ ਕੀਤਾ ਜਾਵੇ, ਕਿਹੜੀ ਗ੍ਰੇਡ ਦੀ ਪਾਇਲਸ ਹੈ, ਕੋਈ ਟਿਊਮਰ ਤਾਂ ਨਹੀਂ ਹੈ, ਕੋਈ ਕੈਂਸਰ ਤਾਂ ਨਹੀਂ ਹੈ ਅੰਦਰ, ਜਾਂ ਫਿਰ ਭਗੰਦਰ ਹੈ, ਉਹਦਾ ਮੂੰਹ ਕਿੱਥੇ ਹੈ, ਅੰਦਰ ਜੜ ਕਿੱਥੇ ਹੈ, ਕਿਉਂਕਿ ਜੜ ਲੱਭੇਗੀ ਤਾਂ ਹੀ ਉਸ ਦੇ ਉੱਤੇ ਵਰਕ ਕੀਤਾ ਜਾ ਸਕਦਾ ਹੈ ਅਤੇ ਉਹਦਾ ਇਲਾਜ ਕੀਤਾ ਜਾ ਸਕਦਾ ਹੈ। ਤਾਂ ਜਿੱਥੇ ਇੱਕ ਡਰ ਰਹਿੰਦਾ ਹੈ ਕਿ ਜਿਹੜਾ ਪਾਇਲਸ ਦਾ ਆਪਰੇਸ਼ਨ ਹੋਏਗਾ ਤਾਂ ਉਹ ਕਾਫੀ ਦਰਦਨਾਕ ਹੋਏਗਾ, ਪਰ ਇੱਥੇ ਜਨਤਾ ਹਸਪੀਟਲ ਐਂਡ ਪਾਇਲ ਸੈਂਟਰ ਦੇ ਵਿੱਚ ਜਿਹੜਾ ਬਿਲਕੁਲ ਪੇਨਲੈਸ ਜਿਹੜਾ ਇਹ ਹੁੰਦਾ ਹੈ, ਤਾਂ ਬਿਲਕੁਲ ਉਸਦੀ ਜਿਹੜੀ ਮਸ਼ੀਨ ਹੈ ਉਹ ਲੇਜ਼ਰ ਮਸ਼ੀਨ ਹੈ। ਤਾਂ ਮੈਮ ਇਸ ਦੀ ਜਾਣਕਾਰੀ ਦਿਓ। ਜੀ ਬਿਲਕੁਲ, ਜਿਹੜੀ ਲੇਜ਼ਰ ਮਸ਼ੀਨ ਹੈ ਸਾਡੇ ਕੋਲ ਇੱਥੇ ਐਡਵਾਂਸ ਟੈਕਨੋਲੋਜੀ ਹੈ। ਇਹ ਬੇਸਿਕਲੀ ਅਸੀਂ ਐਕਸਪੋਰਟ ਕਰਾਈ ਹੋਈ ਹੈ ਮਸ਼ੀਨ। ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਆਟੋਮੇਟਿਡ ਟੈਕਨੋਲੋਜੀਜ਼ ਆਲਰੇਡੀ ਇੱਥੇ ਫੀਡ ਨੇ, ਤਾਂ ਜਿਵੇਂ ਅਸੀਂ ਇੱਥੇ ਦੇਖ ਸਕਦੇ ਹਾਂ ਪ੍ਰੋਕਟੋਲੋਜੀ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਠੀਕ ਹੈ, ਪ੍ਰੋਕਟੋਲੋਜੀ ਦੇ ਵਿੱਚ ਤੁਹਾਨੂੰ ਹੈਮਰੋਇਡਸ ਦੀ ਸਾਰੀਆਂ ਗ੍ਰੇਡਸ ਮਿਲ ਜਾਣਗੀਆਂ। ਠੀਕ ਹੈ, ਇਹਦੇ ਵਿੱਚ ਫਰਸਟ ਗ੍ਰੇਡ, ਸੈਕੰਡ ਗ੍ਰੇਡ, ਥਰਡ ਐਂਡ ਫੋਰਥ ਪਾਇਲਸ ਦੀਆਂ ਜਿੰਨੀਆਂ 4 ਗ੍ਰੇਡਸ ਹੁੰਦੀਆਂ ਨੇ ਉਹਨਾਂ ਦਾ ਇਲਾਜ, ਫਿਸ਼ਰ ਦਾ ਇਲਾਜ, ਫਿਸਟੁਲਾ ਦਾ ਅਤੇ ਪਾਇਲੋਨੀਡਲ ਸਾਈਨਸ ਦਾ ਇਲਾਜ ਇਹਦੇ ਵਿੱਚ ਪਹਿਲਾਂ ਹੀ ਫੀਡ ਹੈ। ਤਾਂ ਉਹਦੇ ਅਕੋਰਡਿੰਗ ਹੀ ਐਨਰਜੀ ਐਮਿਟ ਕਰਦੀ ਹੈ। ਜਿਵੇਂ ਅਸੀਂ ਮੰਨ ਲਈਏ ਫਿਸ਼ਰ ਨੂੰ ਕਰਦੇ ਹਾਂ ਸਟਾਰਟ, ਤਾਂ ਇਹਦੇ ਵਿੱਚ ਕੀ ਹੈ ਕਿ ਅਸੀਂ ਅੱਗੇ ਵਧੀਏ ਤਾਂ ਇਹਦੇ ਵਿੱਚ ਕਿਰਨਾਂ ਦੇ ਨਾਲ ਇਲਾਜ ਕੀਤਾ ਜਾਂਦਾ ਹੈ। ਹੁਣ ਜਿਹੜਾ ਬਾਹਰ ਆਪਰੇਸ਼ਨ ਹੁੰਦਾ ਹੈ ਉਹਦੇ ਵਿੱਚ ਕੀ ਹੈ ਕਿ ਚੀਰ ਵੱਢ ਕੀਤੀ ਜਾਂਦੀ ਹੈ। ਠੀਕ ਹੈ, ਬਟ ਇਹਦੇ ਵਿੱਚ ਕੀ ਹੈ ਕਿ ਅਸੀਂ ਕੋਈ ਚੀਰ ਵੱਢ ਨਹੀਂ ਕਰਦੇ। ਬੇਸਿਕਲੀ ਪੇਸ਼ੈਂਟ ਨੂੰ ਕੀ ਹੈ ਕਿ 5 ਤੋਂ 10 ਮਿੰਟ ਹੀ ਲੱਗਦੇ ਆ ਇਲਾਜ ਵਾਸਤੇ। ਮਸ਼ੀਨ ਬਿਲਕੁਲ ਨੋਨ ਇਨਵੇਸਿਵ ਹੈ, ਇਹਦੇ ਵਿੱਚ ਕੁਝ ਕੱਟ ਵੱਢ ਨਹੀਂ ਕੀਤੀ ਜਾਂਦੀ ਹੈ। ਹੁਣ ਜਿੱਦਾਂ ਤੁਸੀਂ ਬਾਹਰ ਆਪਰੇਸ਼ਨ ਕਰਾਉਂਦੇ ਹੋ ਹੈਮਰੋਇਡੈਕਟਮੀ ਜਾਂ ਫਿਰ ਫਿਸ਼ਰੈਕਟਮੀ, ਉਹਦੇ ਵਿੱਚ ਕੀ ਹੈ ਕਿ ਕੱਟਿਆ ਜਾਂਦਾ ਹੈ, ਉਹਦੇ ਨਾਲ ਕੀ ਹੈ ਪੇਸ਼ੈਂਟ ਨੂੰ ਬੈੱਡ ਰੈਸਟ ਰਹਿੰਦੀ ਹੈ, ਬਹੁਤ ਜ਼ਿਆਦਾ ਪੇਨ ਵੀ ਹੁੰਦੀ ਹੈ। ਤਾਂ ਇਹਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਮਸ਼ੀਨਸ ਦੇ ਨਾਲ ਕਰਦੇ ਹਾਂ, ਲੇਜ਼ਰ ਮਸ਼ੀਨ ਦੇ ਨਾਲ ਕਰਦੇ ਹਾਂ ਇਲਾਜ, ਤਾਂ ਉਹਦੇ ਵਿੱਚ ਕੋਈ ਬੈੱਡ ਰੈਸਟ ਦੀ ਜ਼ਰੂਰਤ ਨਹੀਂ ਪੈਂਦੀ। ਕੁਛ ਹੀ ਮਿੰਟਾਂ ਦਾ ਇਲਾਜ ਕਰ ਦਿੱਤਾ ਜਾਂਦਾ ਹੈ, ਥੋੜ੍ਹੀ ਦੇਰ ਅੰਡਰ ਆਬਜ਼ਰਵੇਸ਼ਨ ਰੱਖ ਕੇ ਪੇਸ਼ੈਂਟ ਨੂੰ ਭੇਜ ਦਿੱਤਾ ਜਾਂਦਾ ਹੈ। ਹੁਣ ਕੁਛ ਵੀ ਝਿਜਕਣ ਦੀ ਜਾਂ ਡਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਆਪਣਾ ਇਲਾਜ ਇੱਥੇ ਆ ਕੇ ਕਰਾ ਸਕਦੇ ਹੋ। ਸਾਡਾ ਪਤਾ ਹੈ 22A ਮਾਡਲ ਟਾਊਨ ਐਕਸਟੈਂਸ਼ਨ ਨੀਅਰ ਕ੍ਰਿਸ਼ਨਾ ਮੰਦਿਰ, ਜਨਤਾ ਹਸਪੀਟਲ ਐਂਡ ਪਾਇਲ ਸੈਂਟਰ। ਤਾਂ ਸਰ ਠੰਡੀ ਮਸ਼ੀਨ ਨੂੰ ਲੈ ਕੇ ਜਨਤਾ ਹਸਪੀਟਲ ਐਂਡ ਪਾਇਲਸ ਕਲੀਨਿਕ ਜਿਹੜਾ ਉਹ ਬੜਾ ਚਰਚਾ ਦੇ ਵਿੱਚ ਰਿਹਾ, ਕਿ ਇਹ ਜਿਹੜੀ ਟੈਕਨੋਲੋਜੀ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ। देखो जी, ठंडी मशीन जो है वर्ल्ड क्लास टेक्नोलॉजी है, जिसको करने के बाद दोबारा होने की संभावना बिल्कुल जड़ से खत्म हो जाती है, दोबारा होती नहीं है। जैसे कि ये पाइल्स मास है, ये 3 गांठें आप मौके देख रहे हैं। ठंडी मशीन का काम क्या होता है, जैसे मस्से होते हैं, इन मस्सों को वैसे हम फ्रीज कर देते हैं। फ्रीज करने के बाद -196 डिग्री सेल्सियस पे मस्से जो हैं सूख के खत्म हो जाते हैं। एक मस्से को सूखने को खत्म होने में मात्र 1 से 1.5 मिनट का लगता है, यानी कि 2 मिनट मस्से में लगेगी, 2 मिनट इसमें, 2 मिनट, 6 मिनट के अंदर तीनों मस्सों को हम फ्रीज कर देते हैं, जिससे मस्से सूख के ऑटोमेटिकली खत्म हो जाता है। इसमें किसी प्रकार का साइड इफेक्ट नहीं होता है। ਤਾਂ ਡਾਕਟਰ ਨੀਰਜ ਸਾਡੇ ਨਾਲ ਮੌਜੂਦ ਨੇ। ਸਰ ਇੱਕ ਜਿਹੜਾ ਇਲਾਜ ਆ ਉਹ ਧਾਗੇ ਵਾਲਾ ਇਲਾਜ ਕੀਤਾ ਜਾਂਦਾ, ਥ੍ਰੈਡ ਵਾਲਾ ਇਲਾਜ ਕੀਤਾ ਜਾਂਦਾ, ਉਹ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? जी, जो ये धागे वाला इलाज करवाते हैं पेशेंट, मैं आपको दिखा भी देता हूँ। कई बार पेशेंट क्या होते हैं, अनक्वालिफाइड क्वैक्स जोड़ा साहब के पास चले जाते हैं। वो क्या करते हैं, मस्से के ऊपर धागा बांध देते हैं। उससे क्या होता है, धागा बांधने से वहां पे पीप, मवाद, रेशा ये सब आता रहता है, गुदा पूरी गल जाती है, 1-1 महीना पेशेंट दर्द से तड़पता रहता है। तो हमारी सबसे विनती है कि ऐसे जोड़ा साहबों के चक्कर में ना पड़े। लेजर मशीन, ठंडी मशीन, जो कि आधुनिक टेक्नोलॉजी हमारे पास है जनता हॉस्पिटल और पायल सेंटर में, उनका आप लाभ उठाएं और अपने जो है स्वास्थ्य के साथ खिलवाड़ ना करें। ਬਵਾਸੀਰ ਦਾ ਜਿਹੜਾ ਹੈ ਉਹ ਸ਼ਰਤੀਆ ਇਲਾਜ ਕੀਤਾ ਜਾਂਦਾ ਹੈ, ਤੇ ਇਲਾਜ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ
ਨਵੀਂ ਟੈਕਨੋਲੋਜੀ ਦੇ ਨਾਲ ਜਿਹੜਾ ਉਹ ਇਲਾਜ ਕੀਤਾ ਜਾਂਦਾ, ਜਿਸ ਦੇ ਨਾਲ ਪੇਸ਼ੈਂਟ ਨੂੰ ਦਰਦ ਵੀ ਨਹੀਂ ਹੁੰਦੀ ਤੇ ਕੁਝ ਚੰਦ ਮਿੰਟਾਂ 'ਚ ਜਿਹੜਾ ਉਸਦਾ ਇਲਾਜ ਹੋ ਕੇ ਤੇ ਉਹ ਵਾਪਸ ਆਪਣੇ ਘਰੇ ਚਲਾ ਜਾਂਦਾ। ਤਾਂ ਅੱਜ ਸਾਡੇ ਨਾਲ ਡਾਕਟਰ ਰਾਹੁਲ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ ਵੀ ਕਿਸ ਤਰੀਕੇ ਨਾਲ ਸਾਰੀ ਜਿਹੜੀ ਹੈ ਇਹ ਟ੍ਰੀਟਮੈਂਟ ਕੀਤਾ ਜਾਂਦਾ ਤੇ ਕਿੰਨੀ ਪ੍ਰਕਾਰ ਦੀ ਜਿਹੜੀ ਹੈ ਉਹ ਬਵਾਸੀਰ ਹੁੰਦੀ ਹੈ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਜੀ। बिल्कुल सत श्री अकाल और आपका अभिनंदन करता हूँ सिटी हेडलाइंट की तरफ से जो आपने हमें कीमती समय दिया जी। ਤਾਂ ਸਰ ਅੱਜ ਗੱਲ ਕਰਾਂਗੇ ਬਵਾਸੀਰ ਦੇ ਰਿਲੇਟਡ, ਕਿਉਂਕਿ ਇਹ ਜਿਹੜੀ ਬਿਮਾਰੀ ਹੈ ਕਾਫੀ ਵੱਧਦੀ ਹੋਈ ਨਜ਼ਰ ਆਉਂਦੀ ਹੈ। ਤਾਂ ਜੇਕਰ ਗੱਲ ਕੀਤੀ ਜਾਵੇ ਬਵਾਸੀਰ ਦੀ, ਸਰ ਬਵਾਸੀਰ ਦੇ ਪਹਿਲਾਂ ਲੱਛਣ ਕੀ ਹੁੰਦੇ ਨੇ ਇਹਦੇ? देखो बवासीर के जो लक्षण होते हैं, गुदा में जलन रहना, दर्द रहना, खुजली होना, चुभन रहना, खून का आ जाना, कब्ज का रहना, ये बवासीर के लक्षण होते हैं। ਸਰ ਜੇਕਰ ਇਸ ਦੀ ਪ੍ਰਕਾਰ ਦੀ ਗੱਲ ਕੀਤੀ ਜਾਵੇ, ਕਿੰਨੇ ਕੁ ਪ੍ਰਕਾਰ ਦੀ ਜਿਹੜੀ ਹੈ ਬਵਾਸੀਰ ਹੁੰਦੀ ਹੈ? बवासीर जो होती है 4 प्रकार की स्टेज होती है। पहले स्टेज में जो मांस होता है बवासीर का वो अंदर ही रहता है। सेकंड गेड में वो बढ़ जाता है। थर्ड गेड में मांस फूल के बाहर आने लगता है और फोर्थ गेड में बिल्कुल बाहर ही रह जाता है। ਫਿਸ਼ਰ ਨਾਮ ਦੀ ਜਿਹੜੀ ਆ ਉਹ ਵੀ ਬਿਮਾਰੀ ਹੁੰਦੀ ਹੈ, ਤਾਂ ਉਹਦਾ ਕੀ ਲੱਛਣ ਹੁੰਦੇ ਨੇ ਜੀ? फिशर का मतलब होता है लैटिन ग्रस्त से टट्टी ग्रस्त से जोर लगने से कब्ज के कारण गुदा में जख्म का हो जाना। उसमें जब लैट्रिन लग के आएगी उसमें जलन, दर्द, चुभन, मिर्ची सी लगी रहती है, उसको बोलते हैं फिशर। ਸਰ ਇਹਦੀਆਂ ਕਿੰਨੀਆਂ ਪ੍ਰਕਾਰ ਹੁੰਦੀਆਂ ਫਿਸ਼ਰ ਦੀਆਂ? फिशर मान लो 1 कट है तो सिंगल फिशर है, 2 कट है तो डबल फिशर है, 3 कट लगे मल्टीपल फिशर है। हाँ जी, इसके 2 टाइप्स होते हैं। क्रोनिक फिशर यानी 15 दिन पुराना जो फिशर होता है, एक नया फिशर जो जख्म हो जाता है, कभी भर जाता है, कभी हरा हो जाता है। ਅੱਛਾ ਜੀ। ਤੇ ਸਰ ਇਸ ਦੇ ਨਾਲ ਇੱਕ ਬਗੰਦਰ ਨਾਮ ਦੀ ਜਿਹੜੀ ਹੈ ਬਿਮਾਰੀ ਆਉਂਦੀ ਹੈ। ਮੈਂ ਤੁਹਾਡੇ ਬੋਰਡ ਦੇ ਉੱਤੇ ਪੜ੍ਹ ਰਿਹਾ ਸੀਗਾ, ਤਿੰਨੇ ਚੀਜ਼ਾਂ ਨਾਲ ਜਿਹੜੀਆਂ ਹਾਈਲਾਈਟ ਕੀਤੀਆਂ ਹੋਈਆਂ ਨੇ। ਤਾਂ ਬਗੰਦਰ ਕੀ ਚੀਜ਼ ਹੈਗੀ ਆ? बगंदर जो होता है मल द्वार के आसे पास से होने वाली एक बीमारी होती है, जो पेशाब की बूंद लगने से, पसीना आने के कारण, बालों के इन्फेक्शन के कारण, ज्यादा देर बैठे रहने के कारण या टाइट जींस पहनने के कारण ये बीमारी बनती है। बगंदर के पास, बगंदर में जो होता है मल द्वार पर छोटी सी फुंसी का बन जाना, और गुमड़ी कभी तो पकेगी, खुजली होगा, जलन चुभन होगा, उसका तो पक्के फटेगी, इसमें पानी से पीप मुआद रेशा निकलेगा, उसको बोलते हैं बगंदर। कभी बनेगा कभी फटेगा, उससे अंदर अंदर ट्रैक बन जाता है, नली बन जाती है, मोरी बन जाती है, जो अंदर अंदर चल के आगे चल के कैंसर का रूप ले सकती है। ਇੰਨੀ ਕੁ ਜ਼ਿਆਦਾ ਜਿਹੜੀ ਘਾਤਕ ਬਿਮਾਰੀ ਜਿਸ ਨੂੰ ਆਪਾਂ ਕਹਿ ਸਕਦੇ ਹਾਂ। ਪਰ ਸਰ ਜੇਕਰ ਜਨਤਾ ਹਸਪੀਟਲ ਪਾਇਲਸ ਕਲੀਨਿਕ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਟ੍ਰੀਟਮੈਂਟ ਦੀ ਜੇਕਰ ਹੈ ਨਾ ਗੱਲ ਕੀਤੀ ਜਾਵੇ ਤਾਂ ਉਹ ਹਮੇਸ਼ਾ ਐਕਸਟਰਾ ਆਰਡੀਨਰੀ ਰਹਿੰਦਾ। ਤਾਂ ਕਿਹੜੀਆਂ ਮਸ਼ੀਨਸ ਜਿਹੜੀਆਂ ਨੇ ਐਸੀਆਂ ਯੂਜ਼ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਜਿਹੜਾ ਕਸਟਮਰ ਉਹ ਸੈਟੀਸਫਾਈਡ ਵੀ ਹੁੰਦਾ ਤੇ ਉਸਨੂੰ ਉਨੀ ਪੇਨ ਵੀ ਨਹੀਂ ਹੁੰਦੀ? देखो हमारे यहाँ बिना ऑपरेशन के इलाज होता है। ऑपरेशन तो आप किसी भी हॉस्पिटल में जाके फ्री भी हो जाता है, आजकल गवर्नमेंट हॉस्पिटल में भी कहीं भी करा सकते हो। ऑपरेशन से बचो, ये हमारा नारा रहा है। और हमारे यहाँ जो टेक्नोलॉजी होती है वर्ल्ड क्लास टेक्नोलॉजी यूज होती है। लेजर प्रोसीजर होता है 15 से 20 मिनट के लिए, ठंडी मशीन द्वारा इलाज होता है, हमारे यहाँ किरणों द्वारा इलाज होता है, IRC जर्मन मशीन द्वारा। हमारे हॉस्पिटल में कैम्स्कोपी द्वारा जांच की जाती है, जो कि डिजिटल जांच है, जो अभी पूरे पंजाब में, दिल्ली NCR तक भी मौजूद नहीं है। ਸਰ ਜੇ ਤੁਸੀਂ ਗੱਲ ਕੀਤੀ ਹੈ ਡਾਇਗਨੋਸ ਕਰਨ ਦੀ, ਤਾਂ ਉਹ ਡਾਇਗਨੋਸ ਕਰਨ ਦੇ ਜਦੋਂ ਇੱਕ ਪ੍ਰਕਿਰਿਆ ਜਦੋਂ ਆਪਾਂ ਕਰਦੇ ਹਾਂ ਤਾਂ ਉਸ ਦੇ ਨਾਲ ਜਿਹੜੀ ਬਿਮਾਰੀ ਹੈ ਉਹ ਪਹਿਲੀ ਸਟੇਜ ਤੇ ਪਤਾ ਲੱਗ ਜਾਂਦਾ। ਜਿੱਥੇ ਜੇਕਰ ਬਾਕੀ ਸੈਂਟਰਸ ਦੀ ਗੱਲ ਕੀਤੀ ਜਾਵੇ ਜਿੱਥੇ ਹੱਥ ਨਾਲ ਸਾਰਾ ਚੈੱਕ ਕੀਤਾ ਜਾਂਦਾ, ਮੈਨੂੰ ਲੱਗਦਾ ਉਹ ਉਸ ਤਰੀਕੇ ਨਾਲ ਜਿਹੜੀ ਹੈ ਉਹ ਬਿਮਾਰੀ ਨੂੰ ਪਤਾ ਵੀ ਨਹੀਂ ਕਰ ਸਕਦੇ ਹੋਣਗੇ। देखो जी, अभी अगर आप क्रीम लगा के लैट्रिन से जांच करोगे, जो आपको चीज ही नजर ही नहीं है, उसके बारे में आप क्या बताओगे ब्लीडिंग कहाँ से, कौन से पाइल्स मास से आ रहे हैं? इसलिए हमारे कैम्स्कोप मशीन है जो कोरिया से मंगवाई गई है, उसमें हम स्पेशल प्रोब डाल के देखते हैं बवासीर की कितनी गांठें, कहाँ से खून आ रहा है, खून आने का कारण क्या है, उसकी जड़ को पता करते हैं। जड़ के बाद फिर उसका जड़ से इलाज करने का हम काम करते हैं। ਸਰ ਇੱਕ ਕਈ ਦੇਖਦੇ ਆ ਆਪਾਂ ਜਿਹੜੇ ਡਾਕਟਰ ਆਪਣੇ ਆਪ ਨੂੰ ਕਹਾਉਂਦੇ ਨੇ ਉਹ ਥ੍ਰੈਡ ਵਾਲਾ ਇਲਾਜ ਵੀ ਕਰਦੇ ਨੇ। ਤਾਂ ਇੱਥੇ ਥ੍ਰੈਡ ਵਾਲੇ ਇਲਾਜ ਦਾ ਜਿਹੜਾ ਕਹਿੰਦੇ ਨੇ ਵੀ ਬਿਲਕੁਲ ਬਹਿਸ਼ਕਾਰ ਕੀਤਾ ਜਾਂਦਾ, ਉਸ ਨੂੰ ਨਹੀਂ ਯੂਜ਼ ਕੀਤਾ ਜਾਂਦਾ। ਤਾਂ ਉਹ ਕੀ ਹੁੰਦਾ ਹੈ, ਇਲਾਜ ਕੀ ਹੁੰਦਾ ਥ੍ਰੈਡ ਵਾਲਾ? देखो जी, जो धागे वाला इलाज करते हैं मोस्टली, जो ट्रीटमेंट है बंगाली, मद्रासी, जोड़ा छाप डॉक्टर जो होते हैं वो करते हैं, जो 5 से 7 दिन में जड़ से खत्म करने का वादा करते हैं। कुछ लोग 35 सेकंड में कहते हैं, तेजाब लगा देते हैं कि जड़ से खत्म कर देंगे। वो टेक्निकल ट्रीटमेंट नहीं है, ठीक है। ये जो प्रॉपर तरीके से जो ट्रीटमेंट होता है, जो वर्ल्ड क्लास टेक्नोलॉजी जो होती है पूरे वर्ल्ड में यूज की जाती है, वो इंडिया ने पूरे वर्ल्ड में यूज की जाती है, वो टेक्नोलॉजी हमारे हॉस्पिटल में मौजूद है। और धागे वाले ट्रीटमेंट से जब मांस को बांधते हैं तो उससे मांस कट के गिरता है, घाव बनता है, दर्द बनता है और काफी पीड़ा होती है। तो मैं ऐसे मना करना चाहूंगा जो लाइव देख रहे हैं कि आप धागे वाला इलाज बिल्कुल भी ना कराएं, कि इससे आपकी हालत खराब हो सकती है और गंभीर दिक्कत बढ़ सकती है। ਤਾਂ ਬਿਲਕੁਲ ਇਸੇ ਦੇ ਨਾਲ ਸਰ ਇੱਕ ਜਿਹੜਾ ਟ੍ਰੀਟਮੈਂਟ ਇੱਥੇ ਕੀਤਾ ਜਾਂਦਾ ਕੋਲਡ ਟ੍ਰੀਟਮੈਂਟ ਜਿਸ ਨੂੰ ਕਿਹਾ ਜਾਂਦਾ, ਤਾਂ ਉਹਦੇ ਨਾਲ ਕੀ ਪੇਨ ਨਹੀਂ ਹੁੰਦੀ ਕੁਝ ਵੀ? बिल्कुल पेनलेस ट्रीटमेंट होता है। जो मस्सों को, जैसे मस्सा है,
हाँ जी। मस्सा बनने के मान लो 3 मौके बन गए हैं पेशेंट को। एक मौके पे एक बार मशीन लगाएंगे 2 से 3 मिनट में -196 डिग्री पे और फ्रीज हो जाता है। 2 या 3 दिन मस्सा अपना आप ही सूख के खत्म हो जाता है। ਇੰਨਾ ਕੁ ਮੀਨਸ ਜਿਹੜਾ ਪੇਨਲੈਸ ਜਿਹਨੂੰ ਆਪਾਂ ਟ੍ਰੀਟਮੈਂਟ पूरा ਕਰ ਸਕਦੇ पेनलेस ट्रीटमेंट है, कोई एडमिशन की रिक्वायरमेंट नहीं है। भले ही वो अलग बात है दूर से पेशेंट आके रुकना चाहे, खाना पीना घूमो फिरो, कोई दिक्कत नहीं। हमारा हॉस्पिटल फुल सुविधा है, ये हम्म। पूरा एसी हॉस्पिटल है पूरा। और लाइफ टाइम गारंटी लिख कर देते हैं कि दोबारा प्रॉब्लम कभी नहीं आएगी। गारंटी को मौके के नहीं लिख कर अपनी मोहर डाल के देंगे, पंजाबी में भी और हिंदी में, कि दोबारा प्रॉब्लम कभी आएगी नहीं। ਮਤਲਬ ਸ਼ਰਤੀਆ ਇਲਾਜ ਹੈ ਬਵਾਸੀਰ ਦਾ ਇੱਥੇ। बिल्कुल गारंटेड इलाज है जी, लाइफ टाइम के लिए। ਸਰ ਜੇਕਰ ਕੋਈ ਇਸ ਪ੍ਰੋਬਲਮ ਤੋਂ ਜੂਝਦਾ ਪਿਆ ਤਾਂ ਉਹਨੂੰ ਆਉਣਾ ਕਿੱਥੇ ਪਏਗਾ, ਇਹਦੀ ਲੋਕੇਸ਼ਨ ਕੀ ਰਹਿਣ ਵਾਲੀ ਹੈ? ये हमारा जनता हॉस्पिटल है, पायल सेंटर है हमारा 22A डॉक्टर लाइन, गेट नंबर 4 से आना, अंदर आना, कृष्ण मंदिर के सामने से, मॉडल टाउन एक्सटेंशन लुधियाना में है। और आपके चैनल के माध्यम से रिक्वेस्ट करना चाहूंगा, नकालों से सावधान रहो, मिलते जुलते लोगों से, नामों से सावधान रहो। धन्यवाद। ਸਰ ਇਸ ਦੇ ਨਾਲ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ, ਗਰੀਬਾਂ ਵਾਸਤੇ ਕੋਈ ਸਪੈਸ਼ਲ ਟ੍ਰੀਟमेंट है, कोई स्पेशल ऑफर है जी इससे? जो गरीब आदमियों के लिए, जो आर्थिक स्थिति से कमजोर है, मिडिल क्लास का बंदा है, जो खाने पीने के लिए वैसे समर्थ है, उसको तो हम बिल्कुल फ्री में इलाज कर देंगे, कोई दिक्कत नहीं है। पर जो बाकी औरत मिडिल क्लास के तत्व के इंसान है, जो आर्थिक स्थिति कमजोर है, इलाज करने में असमर्थ है, उनका 50% डिस्काउंट में हमारे यहाँ इलाज हो जाएगा।